आकाशवाणी चंडीगढ़ तो पेश है समाचार दर्शन। ਅੱਜ ਦੇ ਅੰਕ ਵਿੱਚ ਸ਼ਾਮਲ ਹੈ ਪੰਜਾਬ ਤੇ ਹਰਿਆਣਾ 'ਚ ਕੋਵਿਡ ਟੀਕਾਕਰਨ, ਹਰਿਆਣਾ ਦਾ ਚਰਖੀ ਦਾਦਰੀ ਜ਼ਿਲ੍ਹਾ ਲਿੰਗ ਅਨੁਪਾਤ 'ਚ ਸੂਬੇ ਭਰ 'ਚ ਬਣਿਆ ਮੋਹਰੀ ਅਤੇ ਈਵੀਐਮ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨਾਲ ਗੱਲਬਾਤ। ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ 'ਚ 100% ਕੋਵਿਡ ਟੀਕਾਕਰਨ ਦਾ ਟੀਚਾ ਪੂਰਾ ਹੋ ਗਿਆ ਹੈ। ਇਸ ਬਾਰੇ ਵਿਸਥਾਰਤ ਜਾਣਕਾਰੀ ਲੈਣ ਲਈ ਵੱਖ-ਵੱਖ ਜ਼ਿਲ੍ਹਿਆਂ 'ਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਐਸਏਐਸ ਨਗਰ ਜ਼ਿਲ੍ਹੇ 'ਚ ਕੋਵਿਡ ਟੀਕਾਕਰਨ ਦੀ ਸਥਿਤੀ ਬਾਰੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਸਾਡੇ ਪੱਤਰਕਾਰ ਨੂੰ ਦੱਸਿਆ। ਸਾਡੇ ਜ਼ਿਲ੍ਹੇ ਦੇ ਵਿੱਚ ਕੋਰੋਨਾ ਦਾ ਪੈਂਡੈਮਿਕ ਚੱਲ ਰਿਹਾ ਸੀ, ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਾਫੀ ਲੋਕਾਂ ਨੂੰ ਵੈਕਸੀਨੇਸ਼ਨ ਦੀ ਦੋਵੇਂ ਡੋਜ਼ਸ ਐਂਡ ਜਿਨ੍ਹਾਂ ਦੀ ਬੂਸਟਰ ਡੋਜ਼ ਡਿਊ ਹੈ ਉਹਨਾਂ ਨੂੰ ਅਸੀਂ ਇਹ ਡੋਜ਼ ਲਵਾਈਏ। ਜ਼ਿਲ੍ਹੇ ਦੇ ਵਿੱਚ ਲਗਭਗ 130% ਲੋਕਾਂ ਨੂੰ ਕੋਰੋਨਾ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ, ਦੂਜੀ ਡੋਜ਼ ਵੀ ਲਗਭਗ 91% ਲੋਕਾਂ ਨੂੰ ਲੱਗ ਚੁੱਕੀ ਹੈਗੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਜ਼ਿਲ੍ਹਾ ਜੋ ਵੀ ਲੋਕੀ ਰਹਿ ਗਏ ਨੇ, ਸਾਡੇ ਡਾਟਾ ਮੁਤਾਬਿਕ ਲਗਭਗ 75,000 ਲੋਕ ਰਹਿ ਗਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਕਵਰ ਕਰ ਲੈਣ, ਜਿਹਦੇ ਕਰਕੇ ਦੋਵੇਂ ਡੋਜ਼ਸ ਸਾਡੇ 100% ਹੋ ਜਾਣ, ਪਹਿਲੀ ਤੇ ਦੂਜੀ ਡੋਜ਼। ਇਸ ਤੋਂ ਇਲਾਵਾ ਇਸ ਵੇਲੇ ਸਾਡਾ ਜ਼ਿਆਦਾ ਫੋਕਸ ਬੱਚਿਆਂ ਤੇ ਹੈ, ਜਿਨ੍ਹਾਂ ਨੂੰ 2007 ਜਾਂ ਉਸ ਤੋਂ ਪਹਿਲਾਂ ਜਿਹੜੇ ਜਨਮੇ ਬੱਚੇ ਹੈਗੇ 15 ਤੋਂ 18 ਸਾਲ ਦੀ ਉਮਰ ਦੇ ਬੱਚੇ, ਉਹਨਾਂ ਨੂੰ ਕੋਰੋਨਾ ਦੀ ਪਹਿਲੀ ਡੋਜ਼ ਲੱਗਦੀ ਪਈ ਹੈ ਤੇ 28 ਦਿਨਾਂ ਤੋਂ ਬਾਅਦ ਉਹਨਾਂ ਨੂੰ ਦੂਜੀ ਡੋਜ਼ ਵੀ ਕੋਵੈਕਸਿਨ ਦੀ ਲੱਗ ਸਕਦੀ ਹੈ। ਤਾਂ ਅਸੀਂ ਵੱਧ ਤੋਂ ਵੱਧ ਟੀਮਾਂ ਬਣਾ ਕੇ ਸਕੂਲਾਂ ਦੇ ਵਿੱਚ ਵੀ ਅਸੀਂ ਟੀਮਾਂ ਭੇਜ ਰਹੇ ਹਾਂ ਜਿੱਥੇ ਬੱਚਿਆਂ ਨੂੰ ਅਸੀਂ ਇਹ ਡੋਜ਼ ਲਵਾ ਸਕੀਏ। ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਲਗਭਗ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ 400 ਤੋਂ ਜ਼ਿਆਦਾ ਕੈਂਪ ਪਲਾਨ ਕੀਤੇ ਹੈਗੇ, ਜਿਹੜੇ ਪਿੰਡ ਵਿੱਚ ਜਾ ਕੇ ਇਹਨਾਂ ਲੋਕਾਂ ਨੂੰ ਡੋਜ਼ਸ ਲਵਾਉਣਗੇ। ਤਾਂ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਅਸੀਂ ਸਾਰੇ ਇਹ ਜਿਹੜੇ ਲੋਕੀ ਰਹਿ ਗਏ ਨੇ ਜਾਂ ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਨੂੰ ਕਵਰ ਕਰ ਲਈਏ। ਮੋਹਾਲੀ ਪੰਜਾਬ ਦਾ ਪਹਿਲਾ ਜ਼ਿਲ੍ਹਾ ਸੀ ਜਿਸ 'ਚ 100% ਪਹਿਲੀ ਡੋਜ਼ ਲੱਗੀ ਸੀ। ਬਹੁਤ ਛੇਤੀ ਸਾਨੂੰ ਉਮੀਦ ਹੈ ਕਿ ਪਹਿਲਾ ਜ਼ਿਲ੍ਹਾ ਬਣੂਗਾ ਜਿਸ 'ਚ 100% ਦੋਵੇਂ ਡੋਜ਼ਸ ਲੱਗ ਜਾਣਗੇ। ਇਲੈਕਸ਼ਨ ਵਾਲੇ ਦਿਨ ਵੀ ਅਸੀਂ 200 ਬੂਥਾਂ ਦੇ ਵਿੱਚ ਤੇ ਨੇੜੇ ਉਹਨਾਂ ਦੇ ਸਾਡੀ ਵੈਕਸੀਨੇਸ਼ਨ ਟੀਮਾਂ ਲਗਾਈਆਂ ਸੀਗੀਆਂ, ਜਿਹਦੇ ਵਿੱਚ ਲਗਭਗ 4000 ਲੋਕਾਂ ਨੇ ਇਲੈਕਸ਼ਨ ਵਾਲੇ ਦਿਨ ਵੋਟ ਪਾਉਣ ਤੋਂ ਬਾਅਦ ਆਪਣੀ ਕੋਵਿਡ ਦੀ ਡੋਜ਼ ਲਵਾਈ ਹੈ। ਫਾਜ਼ਿਲਕਾ ਦੇ ਬਲਾਕ ਐਜੂਕੇਟਰ ਦਿਵੇਸ਼ ਕੁਮਾਰ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਕਈ ਪਿੰਡਾਂ 'ਚ ਪਹਿਲਾ ਟੀਕਾ ਲਾਉਣ ਦਾ 100% ਟੀਚਾ पूरा कर लिया गया है। कोरोना महामारी में कोविड वैक्सीनेशन को लेके सरहदी इलाकों में बहुत अच्छा लोगों में रिस्पांस देखने को मिला है। कम्युनिटी हेल्थ सेंटर डबला कलां स्वास्थ्य केंद्र के अधीन 114 गांवों में करीब 50 से गांवों में 100% पहली डोज का टारगेट पूरा किया जा चुका है और पूरे ब्लॉक में 45% के करीब सेकेंड डोज जो है लोगों की पूरी हो चुकी है। लोगों से स्वास्थ्य विभाग की तरफ से अपील की जाती है कि दूसरी डोज बहुत जरूरी है। बीमारी की गंभीरता को देखते हुए अपनी दूसरी डोज सभी लोग जरूर लगवाएं, इसमें अनगैली भारी पड़ सकती है। सभी गांवों में करीब 2 दिन बाद एक सेशन जो है कोविड का लग रहा है, तो लोगों से अपील है कि अपनी जो पेंडिंग डोज है वो उसको जरूर पूरी करवाएं। ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਵਿਖੇ ਤੈਨਾਤ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਟੀਕਾਕਰਨ ਦੀ ਪ੍ਰਗਤੀ ਤੇ ਚਾਨਣਾ ਪਾਉਂਦਿਆਂ ਕਿਹਾ, ਸਾਡੇ ਬਲਾਕ ਦੇ ਅਧੀਨ ਆਉਂਦੇ ਪਿੰਡ ਬਲਖੰਡੀ, ਮੁਨਾਵਾ ਤੇ ਚੂੜਚੱਕ 100% ਵੈਕਸੀਨੇਟਡ ਨੇ। ਇਹਨਾਂ ਪਿੰਡਾਂ ਨੂੰ ਵੈਕਸੀਨੇਸ਼ਨ 100% ਪਹਿਲੀ ਡੋਜ਼ ਡਨ ਕਰਨ ਦੇ ਲਈ ਸਾਡੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ, ਜਿਸ ਵਿੱਚ ਸਾਡੇ ਸੀਐਚਓ, ਕਮਿਊਨਿਟੀ ਹੈਲਥ ਆਫੀਸਰ, ਏਐਨਐਮ ਅਤੇ ਆਸ਼ਾ ਸ਼ਾਮਿਲ ਸਨ, ਜਿਨ੍ਹਾਂ ਨੇ ਤਿੰਨਾਂ ਪਿੰਡਾਂ ਦਾ ਸਰਵੇ ਕੀਤਾ। ਜਿਨ੍ਹਾਂ ਦੀ ਸੈਕੰਡ ਡੋਜ਼ ਪੈਂਡਿੰਗ ਸੀ ਉਹਨਾਂ ਦੀ ਵੈਕਸੀਨੇਸ਼ਨ ਹੋਈ, ਜਿਨ੍ਹਾਂ ਦੀ ਫਰਸਟ ਡੋਜ਼ ਪੈਂਡਿੰਗ ਸੀ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਗਈ। ਪਲੱਸ ਜਿਹੜੇ ਰਿਫਿਊਜ਼ਲ ਸਨ, ਕਿਉਂਕਿ ਕੁਝ ਲੋਕ ਰਿਫਿਊਜ਼ ਕਰਦੇ ਆ ਵੈਕਸੀਨੇਸ਼ਨ ਨੂੰ, ਉਹਨਾਂ ਨੂੰ ਵੀ ਪ੍ਰੋਪਰਲੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਉਹਨਾਂ ਦੀ ਨਾਂ ਨੂੰ ਹਾਂ ਵਿੱਚ ਬਦਲਿਆ ਗਿਆ, ਉਹਨਾਂ ਨੂੰ ਵੀ ਵੈਕਸੀਨੇਸ਼ਨ ਉਹਨਾਂ ਦੀ ਵੀ ਕੀਤੀ ਗਈ, ਜਿਸ ਨਾਲ ਇਹ ਤਿੰਨੋਂ ਪਿੰਡ ਸਾਡੇ ਬਲਾਕ ਅਧੀਨ ਆਉਂਦੇ 100% ਵੈਕਸੀਨੇਟਡ ਹੋ ਚੁੱਕੇ ਹਨ। ਅਸੀਂ ਇਸੇ ਤਰ੍ਹਾਂ ਦੀ ਤਰੀਕਾ ਹੈ ਉਹ ਬਾਕੀ ਪਿੰਡਾਂ 'ਚ ਵੀ ਅਪਣਾ ਰਹੇ ਹਾਂ ਤਾਂ ਕਿ ਸਾਰੇ ਪਿੰਡਾਂ ਨੂੰ ਅਸੀਂ 100% ਕਰ ਸਕੀਏ। ਤਕਰੀਬਨ ਪੂਰੇ ਬਲਾਕ ਦੇ ਸਾਰੇ ਪਿੰਡਾਂ ਦੀ ਕੁੱਲ ਵੈਕਸੀਨੇਸ਼ਨ ਮਿਲਾਈ ਜਾਵੇ ਤਾਂ 90% ਤੋਂ ਅਪ ਪਹਿਲੀ ਖੁਰਾਕ ਕੀਤੀ ਜਾ ਚੁੱਕੀ ਹੈ। ਬਾਕੀ ਲਈ ਵੀ ਅਸੀਂ 100% ਕਰਨ ਲਈ ਪੂਰੀ ਸਖਤ ਮਿਹਨਤ ਕਰ ਰਹੇ ਹਾਂ। ਸਾਰੀਆਂ ਸਿਹਤ ਵਿਭਾਗ ਦੀਆਂ ਸਾਰੇ ਵਰਕਰਸ, ਸਾਰੀਆਂ ਟੀਮਾਂ ਪੂਰੀ ਮਿਹਨਤ ਕਰ ਰਹੀਆਂ ਹਨ ਤਾਂ ਕਿ ਇਹ 100% ਜਲਦ ਤੋਂ ਜਲਦ ਕੀਤੀ ਜਾਵੇ ਪਹਿਲੀ ਖੁਰਾਕ। ਕੁਰੂਕਸ਼ੇਤਰ ਦੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਅਨੁਪਮਾ ਸਿੰਘ ਨੇ ਸਾਡੀ ਪੱਤਰਕਾਰ ਨੂੰ ਦੱਸਿਆ, कोविड वैक्सीनेशन का कार्यक्रम हमारे पिछले 1 वर्ष से चल रहा है और इसमें आज की तारीख में हम 7,76,000 लोगों को फर्स्ट डोज लगा चुके हैं, जो कि 98% कवरेज है। और जो सेकंड डोज की कवरेज है 6,34,000 के करीब हम सेकंड डोज लगा चुके। तो इस तरह से जिले में अभी तक 14 लाख से ऊपर हम डोज लगा चुके हैं कोविड वैक्सीनेशन की। ਅੰਬਾਲਾ 'ਚ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਵਿਸ਼ਾਲ ਗੁਪਤਾ ਨੇ
ਜ਼ਿਲ੍ਹੇ 'ਚ ਟੀਕਾਕਰਨ ਦੀ ਸਥਿਤੀ ਤੇ ਚਾਨਣਾ ਪਾਇਆ। अम्बाला कैंट में कोविड वैक्सीनेशन कार्य बड़े जोर शोर से चल रहा है। अगर 18 साल से ऊपर के लोगों की बात लें तो हमारा वैक्सीनेशन कहीं अधिक है। यह अप्रॉक्सीमेटली 116% के आसपास पहुंच चुका है, जिसमें बाहर से आने वाले जो लोग हैं जैसे लेबर क्लास है या जिस समय वैक्सीन की बाकी डिस्ट्रिक्ट्स में या बाकी राज्यों में शॉर्टेज थी उस समय में कुछ लोगों ने आकर यहाँ पर वैक्सीनेशन लगवाई, जिस वजह से कवरेज हमारी 116% तक पहुँच गई। इसके अलावा 15 से 18 साल का जो वैक्सीनेशन शुरू हुआ था 3 जनवरी से, उसको भी लगभग हमने 100% कवर कर लिया। हमने स्कूल के सभी टीचर्स प्रिंसिपल्स को कांटेक्ट कर बीओ मैम के माध्यम से स्कूलों में संपर्क किया और स्कूलों में लगभग 3 राउंड कर हमने सभी बच्चों को कवर किया। इसके बावजूद भी हमने हर स्कूल में अपने नंबर दिए हुए हैं और बीओ मैम को भी हमने रिक्वेस्ट की हुई है कि अगर किसी स्कूल से कोई रिक्वेस्ट आती है कि कुछ बच्चे अगर उनके कोई रहते हैं तो हम कभी भी अपनी टीम को वहाँ पर भेजने को तैयार हैं। हमारा मेन पर्पज़ ये है कोई भी बच्चा छूटे ना और हर बच्चा कोविड वैक्सीनेशन ले सके। ਹਰਿਆਣਾ ਦਾ ਚਰਖੀ ਦਾਦਰੀ ਜ਼ਿਲ੍ਹਾ ਲਿੰਗ ਅਨੁਪਾਤ ਸੁਧਾਰ ਮਾਮਲੇ 'ਚ ਸੂਬੇ ਭਰ 'ਚ ਮੋਹਰੀ ਜ਼ਿਲ੍ਹਾ ਬਣ ਕੇ ਸਾਹਮਣੇ ਆਇਆ ਹੈ। महिला ਤੇ ਬਾਲ ਵਿਕਾਸ ਅਧਿਕਾਰੀ ਗੀਤਾ ਸ਼ੇਰਾਵਤ ਨੇ ਜਾਣਕਾਰੀ ਦਿੰਦਿਆਂ ਦੱਸਿਆ, हेल्थ डिपार्टमेंट ने, WCD ने और एजुकेशन डिपार्टमेंट ने मिल करके काम किया। जहां वो गांव आइडेंटिफाई किए जहां पर सेक्स रेशो कम थी तो वहां पर अवेयरनेस कैंप लगाए सुपरवाइजर द्वारा, आंगनवाड़ी वर्कर के द्वारा या फिर जो डिपार्टमेंट से और है कंबाइंड कैंप भी लगा करके अवेयरनेस की गई। तो जिसका हमें बहुत फायदा मिला कि अब जो इस साल है हमारा 21-22 का, तो हम पहले स्थान पर हैं पूरे हरियाणा में। लास्ट से हम फर्स्ट पर आए हैं। तो यही था, उसमें हमने जैसे मार्च के अंदर 1 मार्च से लेकर के 8 मार्च तक पूरा वीक सेलिब्रेट किया, जिसमें एक दिन बच्चियों के नाम नेम प्लेट है हमने शहर में भी या ऑफिसर्स के उसमें भी, और एक गांव तो जो कमोद गांव है दादरी का, वो तो बेटियों के नाम से ही जाना जाता है कि जो भी बेटी होती है उसमें उस बेटी के नाम नेम प्लेट लगाई जाती है। तो जो इस तरह के हैं, या फिर इसके बाद साथ साथ में जो बेटियां पैदा हो रही हैं तो वो हमने इस साल पूरे साल जो जैसे नेशनल गर्ल चाइल्ड डे आ गया या विमेंस वीक आ गया, तो उसमें हमने सिविल हॉस्पिटल में जितनी भी बेटियां पैदा हुई तो समय समय पर हमने उनको एक गिफ्ट हैम्पर दे करके भी, जो स्वच्छता किट जिसको बोलते हैं, वो दे करके भी सम्मानित किया। तो जिसमें माओं को मोटिवेशन मिला और इसमें हमें सफलता भी हासिल हुई। बेटी बचाओ बेटी पढ़ाओ का मेन मकसद यही है कि बेटियों को हमने बचाना भी है और उनको सशक्त बनाना भी है। तो उसी के रिगार्डिंग अलग अलग है। तो महिलाओं के भी हम उस सशक्तिकरण के अंतर्गत महिलाओं के फंक्शन करवाते हैं, जिसमें कुछ जो महिलाएं थी उनको सम्मानित किया गया जिन्होंने अच्छे काम किए हैं। तो इस कारण से भी बढ़ चढ़ करके, और जो सामाजिक कार्य करती हैं, जो बेटी बचाओ बेटी पढ़ाओ को सामाजिक है, तो उनको 8 मार्च को पिछले साल भी सम्मानित करवाया गया और इस साल भी जो है वो सम्मानित करवाया जाएगा। तो इस तरह के जो कार्यक्रम है वो पूरे साल लगभग अलग अलग तरीके से हम चला रहे। तो अब जो भेदभाव है वो धीरे धीरे कम होता जा रहा है। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ EVM ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇਵਾਰ ਦੌਰਾ ਕਰ ਰਹੇ ਨੇ। ਪਠਾਨਕੋਟ ਜ਼ਿਲ੍ਹੇ 'ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰਾਜੂ ਨੇ ਕਿਹਾ, ਕਿਉਂਕਿ ਡੇਟਾ ਪੋਲ ਤੋਂ ਬਾਅਦ ਜਿਸ ਦਿਨ ਵੋਟਾਂ ਵਾਲੇ ਦਿਨ ਤੋਂ ਬਾਅਦ ਫਿਰ ਸਾਡਾ ਜ਼ਿੰਮੇਵਾਰੀ ਹੈ ਜਿੱਥੇ ਜਿੱਥੇ ਸਟਰਾਂਗ ਰੂਮਸ ਬਣਿਆ ਹੋਇਆ ਹੈ ਉਸ ਨੂੰ ਪੁਖਤਾ ਇੰਤਜ਼ਾਮ ਨੂੰ ਦੇਖਭਾਲ ਕਰਨ ਦੀ, ਜਿਵੇਂ ਡੀਸੀ ਸਾਹਿਬਾਨ ਦੇ ਅਗਵਾਈ ਹੇਠ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਸਟਰਾਂਗ ਰੂਮਸ ਦੇ ਇੰਤਜ਼ਾਮਾਤ ਕਰ ਦਿੱਤੇ ਗਏ। CCTV ਕਵਰੇਜ, 3 ਲੇਅਰਸ ਦੀ ਸਿਕਿਉਰਿਟੀ, ਫਸਟ ਲੇਅਰ ਸਿਕਿਉਰਿਟੀ CAPF ਸੈਂਟਰਲ ਆਰਮਡ ਪੈਰਾਮਿਲਟਰੀ ਫੋਰਸਸ, ਸੈਕੰਡ ਲੇਅਰ ਆਪਣਾ ਸਟੇਟ ਦੀ ਆਰਮਡ ਪੁਲਿਸ, ਥਰਡ ਲੇਅਰ ਜ਼ਿਲ੍ਹੇ ਦੀ ਪੁਲਿਸ, ਇਸ ਦੇ ਨਾਲ ਨਾਲ ਪੂਰਾ CCTV ਕਵਰੇਜ, ਪੋਲੀਟੀਕਲ ਪਾਰਟੀਜ਼ ਉੱਥੇ ਕੈਂਪਸ ਦੇ ਵਿੱਚ ਰਹਿਣ ਵਾਸਤੇ ਵਿਵਸਥਾ, ਉੱਥੇ CCTV ਕਵਰੇਜ ਦੀ डिस्प्ले, ये सभी इंतजाम इतने देखने दी मिला है। और मेरे नालों कैंडिडेट्स दी ਜਿਹੜੇ ਵੀ ਨੁਮਾਇੰਦਾ ਹੁੰਦਾ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਹੈ, ਦੇਰ ਸੈਟੀਸਫਾਈਡ ਹੈ। ਅਗਰ ਉਹਨਾਂ ਨੂੰ ਨੰਬਰ ਵੀ ਦੇ ਦਿੱਤਾ, ਉਹਨਾਂ ਨੂੰ ਅਗਰ ਕੋਈ ਵੀ खदशा, आशंका, डाउट ਜਿਹੜੇ ਵੀ ਹੁੰਦਾ ਹੈ ਅਸੀਂ ਅਵੇਲੇਬਲ ਹੈ 24/7। ਬਹੁਤ ਪਠਾਨਕੋਟ ਨਹੀਂ, ਕਾਫੀ ਜ਼ਿਲ੍ਹੇ ਦੇ ਵਿੱਚ ਜਬ ਤੱਕ ਕਾਊਂਟਿੰਗ ਨਹੀਂ ਹੁੰਦਾ ਤਬ ਤੱਕ ਲਗਾਤਾਰ ਦੌਰਾ ਹੁੰਦੀ ਰਹਿੰਦੀ ਹੈ। ਪਠਾਨਕੋਟ ਤੋਂ ਬਾਅਦ ਮੈਂ ਗੁਰਦਾਸਪੁਰ ਜਾਵਾਂਗਾ, ਹਰ ਇੱਕ ਜ਼ਿਲ੍ਹੇ ਦੇ ਵਿੱਚ ਵਿਜ਼ਿਟ ਹੋਗਾ। ਮੇਰੇ ਨਾਲੋਂ ਫਿਰ ਸਾਡਾ ਐਡੀਸ਼ਨਲ CEO ਸਾਹਿਬਾਨ ਵੀ ਫੀਲਡ ਦੇ ਵਿੱਚ ਦੌਰਾ ਕਰ ਰਹੇ ਹਨ। ਆਪਣਾ ਜ਼ਿੰਮੇਵਾਰੀ ਹੈ, ਇਹ ਰੈਗੂਲਰ ਕੰਮ ਹੈ।
ਡਾਇਰੈਕਟ ਕਰ ਸਕਦੇ 9646777094 ਡੀਸੀ ਸਾਹਿਬ ਦੇ ਨਾਲ ਕਰ ਸਕਦੇ ਹੈ, ਐਸਐਸਪੀ ਸਾਹਿਬ ਦੇ ਨਾਲ ਕਰ ਸਕਦੇ ਹੈ, ਆਰਓ ਸਾਹਿਬਾਨ ਦੇ ਨਾਲ ਕਰ ਸਕਦੇ ਹੈ, 1950 ਟੋਲ ਫ੍ਰੀ ਨੰਬਰ ਉੱਤੇ ਕਾਲ ਕਰ ਸਕਦੇ ਹੈ, ਮੇਲ ਕਰ ਸਕਦੇ ਹੈ ਔਰ ਟਵੀਟ ਕਰ ਸਕਦੇ ਹੈ, ਜੋ ਤੁਹਾਡਾ ਮਰਜ਼ੀ ਹੈ ਅਸੀਂ ਅਵੇਲੇਬਲ ਹੈ ਤੁਹਾਨੂੰ 24 ਘੰਟੇ ਵਾਸਤੇ। ਤੁਸੀਂ ਜਿਵੇਂ ਵਿਟਨੈਸ ਕੀਤਾ ਹੈ ਬਹੁਤ ਸ਼ਾਨਦਾਰ ਰਹਾ, ਬਹੁਤ ਪੀਸਫੁਲ की एक ਡੈਫੀਨੇਸ਼ਨ ਪੰਜਾਬ ਦੀ ਜਿਹੜੇ ਵੀ ਵੋਟਰ ਸਾਹਿਬਾਨ VOTING ਦੇ ਦੌਰਾਨ ਦਿੱਤਾ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਪੇਸ਼ਕਸ਼ ਅਸ਼ਵਨੀ ਕੁਮਾਰ ਸ਼ਰਮਾ, ਵਾਚਿਕਾ ਚੰਚਲ ਸ਼ਰਮਾ, ਪੇਸ਼ਕਾਰੀ ਸਹਾਇਕ ਸੁਖਵਿੰਦਰ ਸਿੰਘ।